हाँ जी स्टूडेंट्स, असी कर रहे हैं क्लास 10th चैप्टर 5th AP सीरीज़ एक्सरसाइज 5.3 चल रही है। क्वेश्चन असी करना है अपना 19th क्वेश्चन। सो क्वेश्चन 19 ਦੇ ਵਿੱਚ ਤੁਹਾਡੇ ਕੋਲ ਕੀ ਗਿਵਨ ਹੈ, ਦੇਖੋ ਕਿ 200 ਮੋਟੀਆਂ ਲੱਕੜਾਂ ਨੇ ਜਾਂ ਲੌਗਸ ਨੇ, ਸਾਡੇ ਕੋਲ ਲੱਕੜ ਦੇ ਪੀਸ ਨੇ ਸਾਡੇ ਕੋਲ ਦਿੱਤੇ ਗਏ ਹਨ। ਸੋ ਸੋਲੂਸ਼ਨ ਦੇਖਦੇ ਹਾਂ। ਲੱਕੜਾਂ ਜਾਂ ਲੌਗਸ ਦੀ ਸੰਖਿਆ, ਸੋ ਕੁੱਲ ਸਾਡੇ ਕੋਲ ਜੋ ਸੰਖਿਆ ਦਿੱਤੀ ਗਈ ਹੈ 200 ਦਿੱਤੀ ਗਈ ਹੈ। 200 ਸਾਡੇ ਕੋਲ ਲੱਕੜਾਂ ਹਨ ਤੇ ਉਹਨਾਂ ਨੂੰ ਅਸੀਂ ਕਤਾਰ ਦੇ ਵਿੱਚ ਰੱਖਣਾ ਹੈ। ਸਭ ਤੋਂ ਨੀਚੇ ਵਾਲੀ ਕਤਾਰ, ਫਿਰ ਉੱਪਰ ਵਾਲੀ ਕਤਾਰ, ਮਤਲਬ ਕਿ ਪਹਿਲਾਂ ਸਭ ਤੋਂ ਅਸੀਂ ਇਸ ਤਰ੍ਹਾਂ ਨੀਚੇ ਵਾਲੀ ਕਤਾਰ ਦੇ ਵਿੱਚ ਰੱਖਾਂਗੇ, ਠੀਕ ਆ। ਫਿਰ ਅਸੀਂ ਉੱਪਰ ਵਾਲੀ ਕਤਾਰ ਦੇ ਵਿੱਚ ਰੱਖਾਂਗੇ ਲੱਕੜਾਂ, ਫਿਰ ਅਸੀਂ ਤੀਸਰੀ ਕਤਾਰ ਜੋ ਸਾਡੇ ਕੋਲ ਇਸ ਤਰ੍ਹਾਂ ਆਏਗੀ। ਇਸ ਤਰ੍ਹਾਂ ਅਸੀਂ ਉੱਪਰ ਤੇ ਉੱਪਰ ਦੀਆਂ ਲੱਕੜਾਂ ਰੱਖਦੇ ਜਾਣਾ ਹੈ। ਸੋ ਨੀਚੇ ਵਾਲੀ ਕਤਾਰ ਪਹਿਲੀ ਸਾਡੇ ਕੋਲ ਜਿਹੜੀ ਹੈ ਉਸ ਦੇ ਵਿੱਚ ਸਾਡੇ ਕੋਲ 20 ਲੱਕੜਾਂ ਰੱਖੀਆਂ ਜਾਂਦੀਆਂ ਹਨ। ਸੋ ਪਹਿਲੀ ਕਤਾਰ ਵਿੱਚ ਲੱਕੜਾਂ ਬਰਾਬਰ ਹਨ 20, ਮਤਲਬ ਕਿ ਇਹ ਜਿਹੜੀ ਪਹਿਲੀ ਕਤਾਰ ਹੈ ਇਸ ਵਿੱਚ 20 ਲੱਕੜਾਂ ਹਨ। ਇਸ ਤਰ੍ਹਾਂ ਸਾਡੇ ਕੋਲ ਜੋ ਦੂਜੀ ਕਤਾਰ ਹੈ ਇਸ ਵਿੱਚ ਜੋ ਸਾਡੇ ਕੋਲ ਲੱਕੜਾਂ ਹਨ ਉਹ ਹੋਣਗੀਆਂ 19। ਫਿਰ ਸਾਡੇ ਕੋਲ ਇਸ ਤਰ੍ਹਾਂ ਜਿਹੜੀਆਂ ਕਤਾਰਾਂ ਦੇ ਉੱਪਰ ਜਿਹੜੀਆਂ ਲੱਕੜਾਂ ਜਿਹੜੀਆਂ ਰੱਖੀਆਂ ਜਾਂਦੀਆਂ ਹਨ। ਸੋ ਇਸ ਤਰ੍ਹਾਂ ਤੀਜੀ ਕਤਾਰ ਫਿਰ ਜਿਹੜੀ ਸਾਡੇ ਕੋਲ ਹੈ ਉਸ ਦੇ ਵਿੱਚ ਸਾਡੇ ਕੋਲ ਲੱਕੜਾਂ ਹਨ 18। ਸੋ ਇਸ ਤਰ੍ਹਾਂ ਸਾਡੇ ਕੋਲ ਜਿਹੜੀਆਂ ਕਤਾਰਾਂ ਉਹ ਬਣ ਰਹੀਆਂ ਹਨ। ਸੋ ਲਾਸਟ ਵਾਲੀ ਕਤਾਰ ਜਿਹੜੀ ਸਾਡੇ ਕੋਲ AN ਕਤਾਰ ਹੋਵੇਗੀ, ਇਸ ਦੇ ਵਿੱਚ ਸਾਡੇ ਕੋਲ ਨਹੀਂ ਦਿੱਤਾ ਗਿਆ ਕਿ ਕਿੰਨੀਆਂ ਲੱਕੜਾਂ ਜਿਹੜੀਆਂ ਰੱਖੀਆਂ ਜਾਣਗੀਆਂ। ਜਿਹੜੀ ਸਾਡੀ ਟੌਪ ਵਾਲੀ ਜਾਂ ਉੱਪਰ ਵਾਲੀ ਕਤਾਰ ਸਾਡੀ ਇੱਥੇ ਹੋਵੇਗੀ ਉਸ ਵਿੱਚ ਸਾਡੇ ਕੋਲ ਨਹੀਂ ਦਿੱਤਾ ਗਿਆ। ਸੋ ਇੱਕ ਤਾਂ ਸਾਡੇ ਕੋਲ ਪੁੱਛਿਆ ਗਿਆ ਕਿ AN ਦੱਸੋ, ਦੂਸਰਾ ਸਾਨੂੰ ਕਿਹਾ ਹੈ ਕਿ N ਮਤਲਬ ਕਿ ਕਤਾਰਾਂ ਦੀ ਸੰਖਿਆ ਦੱਸੋ। ਸੋ ਅਸੀਂ ਇਹ ਵੀ ਦੱਸਣਾ ਕਿ ਕਿੰਨੀਆਂ ਕਤਾਰਾਂ ਸਾਡੇ ਕੋਲ ਬਣਦੀਆਂ ਹਨ ਤੇ ਇਹ ਵੀ ਦੱਸਣਾ ਹੈ ਕਿ ਹਰੇਕ ਕਤਾਰ ਦੇ ਵਿੱਚ ਕਿੰਨੀਆਂ ਜਿਹੜੀਆਂ ਕਿ ਲੱਕੜਾਂ ਸਾਡੇ ਕੋਲ ਮੌਜੂਦ ਹਨ, ਜਾਂ AN ਸਾਡੇ ਕੋਲ ਲਾਸਟ ਵਾਲੀ ਕਤਾਰ ਹੈ ਸਾਡੇ ਕੋਲ ਉਸ ਦੇ ਵਿੱਚ ਕਿੰਨੀਆਂ ਲੱਕੜਾਂ ਆਉਣਗੀਆਂ। ਸੋ ਜੋ AP ਬਣਦੀ ਹੈ ਅਸੀਂ ਉਸ ਵੱਲ ਧਿਆਨ ਦਿੰਦੇ ਹਾਂ ਆਪਣਾ। ਸਭ ਤੋਂ ਪਹਿਲੀ ਕਤਾਰ ਵਿੱਚ 20 ਲੱਕੜਾਂ, ਫਿਰ ਸਾਡੇ ਕੋਲ 19, ਫਿਰ 18। ਸੋ ਇਸ ਤਰ੍ਹਾਂ ਸਾਡੇ ਕੋਲ AN ਲਾਸਟ ਟਰਮ ਜੋ ਸਾਡੇ ਕੋਲ ਨਹੀਂ ਹੈ, ਜਿਸ ਵਿੱਚ ਸਾਡੇ ਕੋਲ A1 ਹੈ 20, A2 ਹੈ ਸਾਡੇ ਕੋਲ 19 ਅਤੇ D ਫਾਈਂਡ ਕਰੀਏ ਤਾਂ ਸਾਡੇ ਕੋਲ ਆਉਂਦਾ ਹੈ A2 - A1, ਸਾਡੇ ਕੋਲ ਆ ਜਾਂਦਾ ਹੈ D ਆ ਜਾਏਗਾ ਸਾਡੇ ਕੋਲ 19 - 20। ਸੋ D ਆ ਗਿਆ ਸਾਡੇ ਕੋਲ -1, ਕਿਉਂਕਿ ਸਾਡੇ ਕੋਲ ਇੱਕ ਘਟ ਰਿਹਾ ਹੈ, ਇਸ ਕਰਕੇ -1 ਜਿਹੜਾ ਸਾਡੇ ਕੋਲ D ਆ ਜਾਂਦਾ ਹੈ। ਸੋ ਨੰਬਰ ਆਫ ਟੋਟਲ ਲੱਕੜਾਂ ਜਿਹੜੀਆਂ ਸਾਡੇ ਕੋਲ ਹਨ 200 ਹਨ, ਜਿਹੜਾ ਸਾਡੇ ਕੋਲ SN ਹੈ। ਸੋ ਸਾਡੇ ਕੋਲ SN ਜਿਹੜਾ ਸਾਡੇ ਕੋਲ ਦਿੱਤਾ ਗਿਆ ਉਹ ਹੈ 200। ਸੋ ਟੋਟਲ ਲੱਕੜਾਂ 200 ਹਨ। ਸੋ ਇਸ ਲਈ ਅਸੀਂ ਆਪਣਾ ਜਿਹੜਾ ਫਾਰਮੂਲਾ ਹੈ, ਸੋ ਹੁਣ ਅਸੀਂ ਪਤਾ ਹੀ ਕਰਨਾ ਹੈ AN ਅਤੇ N। ਸੋ ਦੋਵੇਂ ਹੀ ਸਾਡੇ ਕੋਲ ਪੋਸੀਬਲ ਹੋਣਗੇ, ਸਾਡੇ ਕੋਲ AN ਦਾ ਫਾਰਮੂਲਾ ਤੇ ਸੰਭਵ ਹੋਣਗੇ। ਸੋ AN ਸਾਡੇ ਕੋਲ ਹੁੰਦਾ ਹੈ A + N - 1D। ਸੋ N ਕੀ ਹੁੰਦਾ ਹੈ ਲਾਸਟ ਟਰਮ। ਸੋ ਲਾਸਟ ਟਰਮ ਅਸੀਂ ਫਾਈਂਡ ਕਰਨੀ ਹੈ। A ਕਿੰਨਾ ਹੈ ਸਾਡੇ ਕੋਲ, ਪਹਿਲਾਂ B + N - 1 ਇਸ ਤਰ੍ਹਾਂ ਚੱਲੇਗਾ ਕਿਉਂਕਿ N ਸਾਡੇ ਕੋਲ ਨਹੀਂ ਹੈ। D ਕਿੰਨਾ ਸਾਡੇ ਕੋਲ -1। ਸੋ ਸਾਡੇ ਕੋਲ AN ਹੁੰਦਾ ਹੈ B ਪਲੱਸ, ਇਹਨੂੰ ਮਲਟੀਪਲਾਈ ਕਰੋ, ਸਾਡੇ ਕੋਲ ਆ ਗਿਆ -N + 1। ਸੋ ਜਿੱਥੇ ਪਲੱਸ ਸੀ ਉੱਥੇ ਮਲਟੀਪਲਾਈ ਕੀਤਾ ਮਾਈਨਸ ਆ ਗਿਆ, ਜਿੱਥੇ ਮਾਈਨਸ ਸੀ ਉੱਥੇ ਪਲੱਸ ਆ ਗਿਆ। ਸੋ ਸਾਡੇ ਕੋਲ AN ਬਣਦਾ ਹੈ 20 - N + 1। ਸੋ ਸਾਡੇ ਕੋਲ AN ਆ ਗਿਆ 21 - N। ਸੋ ਇਹ ਆ ਜਾਂਦਾ ਸਾਡੇ ਕੋਲ AN। ਫਿਰ ਸਾਡੇ ਕੋਲ ਆਉਂਦਾ ਹੈ SN ਦਾ ਫਾਰਮੂਲਾ, ਜੋ ਸਾਡੇ ਕੋਲ ਹੈ SN = N/2 A + AN। ਸੋ ਸਾਡੇ ਕੋਲ SN ਕਿੰਨਾ ਦਿੱਤਾ ਹੈ 200, ਸਾਡੇ ਕੋਲ ਆ ਗਿਆ 200 = N ਕਿੰਨਾ ਹੈ ਸਾਡੇ ਕੋਲ ਫਾਈਂਡ ਕਰਨਾ ਹੈ N/2। ਸੋ ਸਾਡੇ ਕੋਲ ਆਉਂਦਾ ਹੈ A1 ਕਿੰਨਾ ਹੈ ਸਾਡੇ ਕੋਲ 20 ਅਤੇ AN ਕਿੰਨਾ ਆਇਆ 21 - N + 21 - N। ਸੋ ਦੋ ਨੂੰ ਉੱਧਰ ਮਲਟੀਪਲਾਈ ਕਰਦੇ ਹਾਂ, ਸਾਡੇ ਕੋਲ ਆ ਗਿਆ 200 × 2 = N। ਸਾਡੇ ਕੋਲ ਆਉਂਦਾ 20 ਤੇ 21 ਸਾਡੇ ਕੋਲ ਆ ਗਿਆ 41 - N। ਸਾਡੇ ਕੋਲ ਆਉਂਦਾ ਹੈ 400 = 41 - N ਦਾ ਸਕੁਏਅਰ। ਹੁਣ ਦੇਖੋ ਸਾਡੇ ਕੋਲ N ਵਰਗ ਆ ਗਿਆ, ਸਾਡੇ ਕੋਲ ਸਕੁਏਅਰ ਆ ਗਿਆ। ਇਟ ਮੀਨਸ ਸਾਡੇ ਕੋਲ ਆ ਜਾਂਦਾ ਹੈ ਇੱਕ ਕੁਆਡਰੇਟਿਕ ਇਕੁਏਸ਼ਨ ਬਣੇਗੀ -N² + 41N। ਇਹ 400 ਇੱਧਰ ਮਾਈਨਸ ਹੋ ਜਾਏਗਾ = 0। ਸੋ ਇਹ ਸਾਡੇ ਕੋਲ ਮਾਈਨਸ ਹੈ, ਇਸ ਨੂੰ ਪੋਜ਼ੀਟਿਵ ਕਰਨਾ ਹੈ। N² - 41N + 400 = 0। ਸੋ ਧਿਆਨ ਰੱਖਣਾ ਹੈ ਜਦੋਂ ਸਾਡੇ ਕੋਲ ਵਰਗ ਵਾਲਾ ਫੈਕਟਰ ਜਿਹੜਾ ਹੈ ਉਹ ਨੈਗੇਟਿਵ ਆਉਂਦਾ ਹੈ ਉਸ ਨੂੰ ਪੋਜ਼ੀਟਿਵ ਕਰਨਾ ਹੈ। ਉਸ ਤੋਂ ਮਾਈਨਸ ਦਾ ਸਾਈਨ ਹਟਾਤਾ ਸੀ ਤੇ ਬਾਕੀ ਜਿੱਥੇ ਵੀ ਸਾਈਨ ਸਾਡੇ ਕੋਲ ਪੋਜ਼ੀਟਿਵ ਸੀ ਨੈਗੇਟਿਵ ਹੋ ਗਿਆ, ਜਿੱਥੇ ਨੈਗੇਟਿਵ ਸੀ ਉੱਥੇ ਪੋਜ਼ੀਟਿਵ ਹੋ ਜਾਂਦਾ ਹੈ। ਹੁਣ ਇਸ ਤੇ ਅਸੀਂ ਬਣਾਉਣੇ ਹਨ ਫੈਕਟਰ ਕਿ ਦੋ ਸੰਖਿਆਵਾਂ ਅਸੀਂ ਲੱਭਾਂਗੇ ਜਿਨ੍ਹਾਂ ਨੂੰ ਗੁਣਾ ਕਰਨ ਤੇ ਸਾਡੇ ਕੋਲ ਕੀ ਆਉਂਦਾ ਹੈ
देखते हाँ। सब तो पहला फैक्टर एन स्केयर इस तरह लिखो, 41 के लिए असी एक ब्रैकेट लिखते हैं। सो प्लस आ गया साढ़े को 400 इज इक्वल टू 0। सो साढ़े को ये जो फैक्टर दो लिखे हैं इन्हों की साढ़े को गुणा बनती है 400 एन स्केयर 400 एन स्केयर। सो सेंटर से साढ़े को 41 एन। सो असी हुण 41 एन नूं इस तरह लिखना है, दो पार्ट्स दे विच लिखना है, दो संख्यावां इस दी जगह ते लिखांगे जिन्होंने गुणा करन ते साढ़े को 400 आएगा और जिसनों साढ़े को प्लस करन ते जां माइनस करन ते साढ़े को आना चाहिए है 41। सो देखते हैं साढ़े कोल इस किहड़ियां संख्यावां साढ़े कोल जिहड़ियां कि हन। हुण साढ़े कोल देखो संख्या है एक 25 एक 16, दोवां नूं असीं गुणा करते हैं 16 50 80 0 8 आंसर 16 दूना 32 ते 8 40, साढ़े को 400 आ गया। गुणा साढ़े को कंप्लीट हो जाती है 25 16 नाल, 25 ते 16 नूं जेकर 25 एंड 60 नूं ऐड करते हैं साढ़े को आंदा है 41। सो साढ़े को नंबर जिहड़े मिल गए हैं, एक नंबर हैगा साढ़े को 25 एन, दूसरा हैगा साढ़े को 16 एन। सो इस तो बाद असीं ब्रैकेट नूं ओपन करांगे, एन स्केयर माइनस 25 एन माइनस 16 एन माइनस प्लस 400 इज इक्वल टू 0। सो दो दो करके असीं सैट बना देंगे। एन कॉमन आता साढ़े को रह गया एन माइनस 25। सो ये असीं सीख चुके हैं कि जो एक ब्रैकेट में आता है दूसरी ब्रैकेट भी साढ़े को ही रहिंदी है। सो दूसरी ब्रैकेट आएगा एन माइनस 25। सो देखो 16 के नाल एन पिया सी, एन कल्ला आ गया, मतलब 16 नहीं लिखा गया, ये मतलब कि 16 साढ़े को कॉमन हो जाएगा तो साढ़े कोल इधर माइनस आ जाएगा बाहर, इसलिए साढ़े को इत्थे माइनस बचेगा। सो 16 नूं एन गुणा करो 16 एन, 16 नूं 25 ना करो साढ़े को 400 बन गया, इत्थे असीं वेख्या भी है। सो साढ़े कोल बराबर 0 आ जाएगा। एन माइनस 16 एक फैक्टर बनता है, दूसरा साढ़े को बनता है एन माइनस 25। सो साढ़े को बराबर आ गया 0। सो इस तो बाद साढ़े कोल की हुंदा है जदों एन बराबर 16 है। सो जदों एन 16 है साढ़े को देखो दो आंसर आएगा साढ़े को। एन इज इक्वल टू असीं इसनूं करांगे एन माइनस 16 बराबर 0, जिसलिए एन आ जाएगा साढ़े को 16। दूसरा होएगा साढ़े को एन माइनस 25 बराबर 0 तो एन आ जाएगा साढ़े को 25। सो जदों असीं एन 16 लवांगे फिर असीं आंसर चैक करना है, तो जदों आंसर एन 25 लवांगे फिर असीं आंसर जिहड़ा अपना चैक करना है। हुण जदों साढ़े को एन 16 आंदा है तो असीं अपना लास्ट ए एन टर्म भी कढ लैंदे हां, तो ए एन साढ़े को आंदी है 21 माइनस 16 तो साढ़े को आ जाता है 5। मतलब कि जे साढ़े कोल इस तरह 16 कतारां बननगियां तो साढ़े को उपर वाली कतार दे विच किन्ने लक्कड़ां आउणगियां 5 लक्कड़ां, ठीक है। जेकर एन बराबर 25 होवे 25 है तो ए एन साढ़े को आएगा 21 माइनस एन, एन कितना है 25। सो ये साढ़े को आंसर आता है -4। सो आंसर तो आ गया -4, इसलिए जो -4 है वो साढ़े को जिहड़ा कि रिजैक्ट हो जाएगा, क्योंकि इस तरह नहीं हो सकता कि साढ़े को माइनस दे विच आंसर जिहड़ा आ जाए। इसलिए साढ़े को एन है 16 तो हुण असी एन भी फाइंड कर लिया है, ए एन जिहड़ा सी असी वो भी जिहड़ा कि दसता है साढ़े को कितना आता है 5। साढ़े को 5 कतारां बननगियां। सो पहली कतार दे विच साढ़े कोल जिहड़ियां लक्कड़ां सीगियां पहली कतार च 20 आईयां, दूसरी दे विच साढ़े कोल। सो इस तो साढ़े को की क्लीयर होंदा है कि ए एन 5 है, मतलब कि लास्ट कतार जिहड़ी है उस दे विच 5 लक्कड़ां जिहड़ियां कि 5 लॉक्स आते हैं। सो पहली च कितनियां सी 20, दूसरी च साढ़े कोल 19, फिर 18, फिर 17, फिर 16, फिर 14, फिर 13, फिर 12, फिर 11, फिर 10, 9, 8, 7, 6 ਅਤੇ 5। सो साढ़े को ये जो कतार इस तरह बननगियां, देखो गिण के देखते हैं साढ़े को 16 बनता है, 1 2 3 4 5 6 7 8 9 10 11 12 13 14 15। सो हुण देखो साढ़े कोल ए एन कितना आंदा है 5, जिसका मतलब ये है कि लास्ट वाली कतार साढ़े को कितनियां लक्कड़ां हैं 5। सो पहली च कितनियां हैं 20, दूजी साढ़े को 19, फिर 18 17 16 15 14 13 12 11 10 9 8 7 6 ਅਤੇ 5।
ਹੁਣ ਅਸੀਂ ਇਹਨਾਂ ਨੂੰ ਗਿਣਦੇ ਹਾਂ ਤਾਂ ਸਾਡੇ ਕੋਲ 16 ਜਿਹੜੇ ਕਿ AP ਦੀਆਂ ਜਿਹੜੀਆਂ ਟਰਮਸ ਹੋਣਗੀਆਂ 1 2 3 4 5 6 7 8 9 10 11 12 13 14 15 ਅਤੇ 16। ਸੋ ਜਿਸ ਦੀ ਪਹਿਲੀ ਕਤਾਰ ਦੇ ਵਿੱਚ 20 ਲੱਕੜਾਂ ਆਈਆਂ ਤੇ ਲਾਸਟ ਵਾਲੇ 'ਚ 5 ਆਈਆਂ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 19। ਉਮੀਦ ਹੈ ਕਿ ਕੁਐਸਚਨ ਤੁਹਾਨੂੰ ਜਿਹੜਾ ਸਮਝ ਲੱਗ ਗਿਆ ਹੋਵੇਗਾ। ਸੋ ਵੱਧ ਤੋਂ ਵੱਧ ਸ਼ੇਅਰ ਕਰੋ। ਸੋ ਥੈਂਕ ਯੂ, ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਕੁਐਸਚਨ ਦੇ ਨਾਲ।